ਦੇਸ਼ ਦੇ ਵਿੱਚ ਐਸਡੀਟੀਵੀ ਪ੍ਰਾਈਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸ਼ਮੀ ਡਾਵਰਾ ਵੱਲੋਂ ਸਤਿ ਸ੍ਰੀ ਅਕਾਲ ਦੋਸਤੋ। ਅੱਜ ਅਸੀਂ ਇੱਕ ਖਾਸ ਪ੍ਰੋਗਰਾਮ ਆਪਣੇ ਦਰਸ਼ਕਾਂ ਦੇ ਲਈ ਲੈ ਕੇ ਆਏ। ਅਪ੍ਰੈਲ ਮਹੀਨੇ ਦੇ ਵਿੱਚ ਪੂਰਾ ਵਿਸ਼ਵ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਉਤਸਵ ਮਨਾਉਣ ਜਾ ਰਿਹਾ। ਗੁਰੂ ਤੇਗ ਬਹਾਦਰ ਜੀ ਉਹ ਗੁਰੂ ਜਿਨ੍ਹਾਂ ਦਾ ਅਨੰਦਪੁਰ ਸਾਹਿਬ ਦੇ ਨਾਲ ਬਹੁਤ ਲਗਾਵ ਸੀ। ਕਿਹਾ ਜਾਂਦਾ ਹੈ ਕਿ ਅਨੰਦਪੁਰ ਸਾਹਿਬ ਉਹਨਾਂ ਦੀ ਵਸਾਈ ਹੀ ਨਗਰੀ ਹੈ। ਲੇਕਿਨ ਇਸ ਅਨੰਦਪੁਰ ਸਾਹਿਬ ਦਾ ਇਤਿਹਾਸ ਇਸ ਇਤਿਹਾਸ ਦੇ ਵਿੱਚ ਪਿੱਛੇ ਛੁਪਿਆ ਹੋਇਆ ਇਤਿਹਾਸ ਤੇ ਬਹੁਤ ਕੁਝ ਸਾਡੇ ਦਰਸ਼ਕਾਂ ਤੱਕ ਅੱਜ ਵੀ ਜਾਣਨ ਨੂੰ ਬਾਕੀ ਪਿਆ ਹੈ। ਤੇ ਅੱਜ ਕੋਸ਼ਿਸ਼ ਕਰਾਂਗੇ ਅਸੀਂ ਆਪਣੇ ਮਾਹਿਰ ਦੇ ਦੁਆਰਾ ਤੁਹਾਡੇ ਤੱਕ ਉਹ ਕੋਸ਼ਿਸ਼ਾਂ ਪਹੁੰਚਾ ਸਕੀਏ, ਉਹ ਜਾਣਕਾਰੀਆਂ ਪਹੁੰਚਾ ਸਕੀਏ ਜਿਨ੍ਹਾਂ ਤੋਂ ਤੁਸੀਂ ਅਜੇ ਵੀ ਅਛੂਤੇ ਹੋ। ਤੇ ਸਾਡੇ ਨਾਲ ਅੱਜ ਸਾਡੇ ਸਟੂਡੀਓ 'ਚ ਆਏ ਨੇ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਸਾਹਿਬ। ਲਾਲਪੁਰਾ ਸਾਹਿਬ ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਲਪੁਰਾ ਸਾਹਿਬ ਅਨੰਦਪੁਰ ਸਾਹਿਬ ਦੇ ਏਰੀਏ ਦੇ ਨਾਲ ਸੰਬੰਧ ਰੱਖਦੇ ਨੇ, ਬਹੁਤ ਵੱਡੇ ਇਤਿਹਾਸਕਾਰ ਵੀ ਨੇ। ਨਾਲ ਹੀ ਨਾਲ ਇੱਕ ਉੱਚ ਅਹੁਦੇ ਤੋਂ ਪੁਲਿਸ ਦੇ DIG ਦੇ ਤੌਰ 'ਤੇ ਰਿਟਾਇਰਡ ਹੋਏ ਨੇ ਤੇ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਸਪੋਕਸਮੈਨ ਦੇ ਤੌਰ 'ਤੇ ਕੰਮ ਵੀ ਕਰ ਰਹੇ ਨੇ। ਲਾਲਪੁਰਾ ਸਾਹਿਬ, ਜਦੋਂ ਗੱਲ ਆਉਂਦੀ ਹੈ ਅਨੰਦਪੁਰ ਸਾਹਿਬ ਦੀ ਜੀ, ਉਦੋਂ ਗੱਲ ਆਉਂਦੀ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ, ਉਦੋਂ ਗੱਲ ਆਉਂਦੀ ਹੈ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਬੜਾ ਵੱਡਾ ਮੌਕਾ ਸਾਡੇ ਅਨੰਦਪੁਰ ਸਾਹਿਬ ਵਾਸੀਆਂ ਲਈ ਔਰ ਪੂਰੇ ਵਿਸ਼ਵ ਦੇ ਗੁਰੂ ਨਾਨਕ ਨਾਮਲੇਵਾ ਸੰਗਤ ਦੇ ਲਈ ਆ ਰਿਹਾ ਹੈ ਕਿ ਇੱਥੇ 400 ਸਾਲਾ ਜਿਹੜਾ ਉਹਨਾਂ ਦਾ ਪ੍ਰਕਾਸ਼ ਉਤਸਵ ਜਿਹੜਾ ਹੈ ਬੜੇ ਉੱਚ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਉਹਨਾਂ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਅਨੰਦਪੁਰ ਸਾਹਿਬ ਦੇ ਨਾਲ ਜੋ ਲਿੰਕ ਸੀ, ਜੋ ਉਹਨਾਂ ਦਾ ਇਸ ਦੇ ਨਾਲ ਲਗਾਅ ਸੀ, ਉਹ ਮੈਂ ਤੁਹਾਡੇ ਜਾਣਨਾ ਚਾਹੁੰਦਾ। ਗੱਲ ਇਹ ਜੀ ਕਿ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਆ ਜੀ, ਉਹ ਇੱਥੇ ਆ ਗਏ ਸੀ 1634 ਦੇ ਵਿੱਚ। ਉਹਨਾਂ ਨੇ ਕੀਰਤਪੁਰ ਨਗਰ ਵਸਾਇਆ। ਉਸ ਤੋਂ ਬਾਅਦ ਗੁਰੂ ਹਰਰਾਏ ਸਾਹਿਬ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਕੀਰਤਪੁਰ ਸਾਹਿਬ ਹੀ ਰਹੇ ਜੀ। ਲੇਕਿਨ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਹੋਈ ਤੇ ਉਹਨਾਂ ਨੇ ਇੱਥੇ ਆਪਣੀ ਥਾਂ ਰਹਿਣ ਨੂੰ ਬਣਾਈ, ਕਿਉਂਕਿ ਇਹ ਜ਼ਮੀਨ ਜਿਹੜੀ ਹੈ ਇਹ ਬਿਲਾਸਪੁਰ ਦੇ ਰਾਜੇ ਨੇ ਉਹਨਾਂ ਨੂੰ ਆਫਰ ਕੀਤੀ ਸੀ। ਗੁਰੂ ਸਾਹਿਬ ਤਾਂ ਇੱਥੋਂ ਜਾ ਕੇ ਧਮਤਾਨ ਠਹਿਰਨਾ ਚਾਹੁੰਦੇ ਸੀ ਜੀ। ਰਾਣੀ ਦੀ ਬੇਨਤੀ ਤੇ ਗੁਰੂ ਸਾਹਿਬ ਨੇ ਇਹ ਜ਼ਮੀਨ ਖਰੀਦੀ ਜੀ ਔਰ ਖਰੀਦ ਕੇ ਚੱਕ ਨਾਨਕੀ ਨਗਰ ਇੱਥੇ ਵਸਾਇਆ। ਬਿਲਕੁਲ। ਉਸ ਤੋਂ ਬਾਅਦ ਚੱਕ ਨਾਨਕੀ ਦੇ ਵਿੱਚ ਹੀ ਰਿਹਾਇਸ਼ ਰੱਖੀ। ਬਿਲਕੁਲ। ਸੋ ਇਹ ਉਹਨਾਂ ਦੀ ਕਰਮ ਭੂਮੀ ਹੈ ਜੀ, ਜਿੱਥੋਂ ਹੀ ਉਹਨਾਂ ਨੇ ਜੋ ਵੀ ਸੁਨੇਹਾ ਆਪਣਾ ਦਿੱਤਾ ਹੈ ਜਾਂ ਬਾਹਰ ਜਾ ਕੇ ਗਏ ਆ, ਗੱਲ ਕੀਤੀ ਹੈ, ਜਿਹਦੇ ਕਰਕੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਉਹ ਕੰਮ ਇੱਥੋਂ ਹੀ ਆਰੰਭ ਹੋਏ ਸੀ ਜੀ, ਔਰ ਦਿੱਲੀ ਜਾ ਕੇ ਉਹਨਾਂ ਨੇ ਸ਼ਹੀਦੀ ਇਸ ਵਾਸਤੇ ਦਿੱਤੀ। ਸੋ ਇਹ ਉਹਨਾਂ ਦੀ ਕਰਮ ਭੂਮੀ ਹੈ ਜੀ। ਇਹ ਉਹਨਾਂ ਦੇ ਵਸਾਇਆ ਹੋਇਆ ਸ਼ਹਿਰ ਹੈ ਚੱਕ ਨਾਨਕੀ। ਬਿਲਕੁਲ। ਔਰ ਉੱਥੇ ਹੀ ਇਹਨਾਂ ਦੀ ਪੂਜਾ ਸਿਮਰਨ ਦੀ ਧਰਤੀ ਹੈ ਤੇ ਇੱਕ ਇੱਕ ਇੰਚ ਧਰਤੀ ਉਹਨਾਂ ਦੇ ਪੈਰਾਂ ਦੀ ਚਰਨ ਛੋਹ ਪ੍ਰਾਪਤ ਹੈ। 1665 ਈਸਵੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਮਹਾਰਾਣੀ ਚੰਪਾਬਾਈ ਤੋਂ ਇਹ ਜਿਹੜਾ ਜਗ੍ਹਾ ਖਰੀਦੀ ਸੀ ਤੇ ਇੱਥੇ ਨਗਰ ਵਸਾਇਆ ਸੀ ਚੱਕ ਨਾਨਕੀ। ਚੱਕ ਨਾਨਕੀ ਕਿਉਂਕਿ ਇੱਕ ਇਤਿਹਾਸ ਹੈ, ਚੱਕ ਨਾਨਕੀ ਇਹ ਵਸਾਇਆ ਗਿਆ ਜਿਸ ਤਰ੍ਹਾਂ ਤੁਸੀਂ ਦੱਸਿਆ। ਲੇਕਿਨ ਇਸ ਨੂੰ ਅਨੰਦਪੁਰ ਸਾਹਿਬ ਨੂੰ ਅੱਜ ਵੀ ਜਾਣਿਆ ਜਾਂਦਾ ਹੈ ਵੀ ਇੱਥੇ ਜਿਹੜੇ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਕਸ਼ਮੀਰੀ ਪੰਡਤ ਇੱਕ ਫਰਿਆਦ ਲੈ ਕੇ ਆਏ ਸੀ। ਜੀ ਦੇਖੋ, ਚੱਕ ਨਾਨਕੀ ਗੁਰੂ ਹੀ ਉਹ ਫਰਿਆਦ ਲੈ ਕੇ 1675 ਚ ਆਏ ਸੀ। ਬਿਲਕੁਲ। ਮਈ 1675 ਦੇ। ਬਿਲਕੁਲ। ਹਾਂਜੀ, ਉਹ ਇਸ ਕਰਕੇ ਇਹ ਜਿਹੜੀ ਉਸ ਚੱਕ ਨਾਨਕੀ ਨੂੰ ਅਸੀਂ ਮੁੜ ਕੇ ਚੱਕ ਨਾਨਕੀ ਬਣਾਈਏ ਜੀ, ਇਤਿਹਾਸ ਫੇਰ ਸਿੱਧਾ ਹੁੰਦਾ ਹੈ ਜੀ। ਮੈਂ ਵੀ ਇਹ ਸਟੱਡੀ ਕਰਦਾ ਸੀ ਕਿ ਜਿਹੜਾ ਉਹਨਾਂ ਦੀ ਦਾਦੀ ਜੀ ਦੇ ਨਾਂ ਤੇ ਸ਼ਹਿਰ ਵਸਾਇਆ ਗਿਆ ਹੋਵੇ ਚੱਕ ਨਾਨਕੀ, ਤੇ ਗੁਰੂ ਗੋਬਿੰਦ ਸਿੰਘ ਨੇ ਇਹ ਕਿਵੇਂ ਇਹਨੂੰ ਅਨੰਦਪੁਰ ਸਾਹਿਬ ਬਣਾ ਦਿੱਤਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦੂਜਾ ਸ਼ਹਿਰ ਵਸਾਇਆ ਅਨੰਦਪੁਰ ਸਾਹਿਬ, ਔਰ ਇਹਨਾਂ ਦੋਵਾਂ ਦੇ ਵਿੱਚ ਤਕਰੀਬਨ 17 ਸਾਲ ਦਾ ਫਰਕ ਹੈ। ਬਿਲਕੁਲ। ਤੇ ਉਹ ਸ਼੍ਰੀ ਅਨੰਦਪੁਰ ਸਾਹਿਬ ਹੋਰ ਅੱਗੇ ਵਧੇ, ਵੱਡੀ ਤਰੱਕੀ ਕਰੇ, ਸਾਡਾ ਸਿੱਖੀ ਦਾ ਕੇਂਦਰ ਬਣੇ। ਲੇਕਿਨ ਚੱਕ ਨਾਨਕੀ ਵੀ ਇਤਿਹਾਸ ਚੋਂ ਗਾਇਬ ਨਹੀਂ ਹੋਣਾ ਚਾਹੀਦਾ। ਇੱਕ ਤਾਂ ਇਹ ਜ਼ਰੂਰੀ ਹੈ, ਇਹ ਸਾਡੇ ਜਿਹੜੇ ਸਿੱਖਾਂ ਲਈ ਸਾਰੇ ਨਾਨਕ ਨਾਮਲੇਵਾ ਨੂੰ ਜਾਣਨ ਦੀ ਲੋੜ ਹੈ। ਦੂਜੀ ਵੱਡੀ ਗੱਲ ਹੈ ਕਿ ਗੁਰੂ ਸਾਹਿਬ ਨੇ ਜੋ ਕੁਰਬਾਨੀ ਦਿੱਤੀ ਜੀ, ਉਹ ਇੱਕ ਇਤਿਹਾਸਿਕ ਮਿਸਾਲ ਹੈਗੀ ਹੈ। ਉਸ ਚੀਜ਼ ਲਈ ਕੁਰਬਾਨੀ ਦਿੱਤੀ ਜਿਹੜੇ ਪਹਿਲੇ ਨਾਨਕ ਨੇ ਆਖਿਆ ਸੀ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹੈ ਤਪਾਂਦੇ ਘੱਤ। ਤੇ ਉਹ ਦਇਆ ਕਪਾ ਵਾਲਾ ਸੰਤੋਖ ਉਹਨਾਂ ਕੋਲ ਤਾਂ ਨਹੀਂ ਸੀਗਾ, ਪਰ ਜੇ ਉਹਨਾਂ ਨੇ ਕਿਸੇ ਦੇ ਧਰਮ ਨੂੰ ਵੀ ਜ਼ਬਰਦਸਤੀ ਕੋਸ਼ਿਸ਼ ਕੀਤੀ ਹੈ
ਇਫਤਿਖਾਰ ਖਾਨ ਨੇ ਜਿਹੜਾ ਕਸ਼ਮੀਰ ਦਾ ਗਵਰਨਰ ਸੀ, ਜੀ ਤੇ ਗੁਰੂ ਸਾਹਿਬ ਨੇ ਆਪਣਾ ਜੀਵਨ ਜਿਹੜਾ ਹੈ ਉਹਦੇ ਲਈ ਸਮਰਪਿਤ ਕਰ ਦਿੱਤਾ ਹੈ। ਬਿਲਕੁਲ ਇਹ ਦੁਨੀਆ ਦੇ ਵਿੱਚ ਅਜਿਹੀ ਕੋਈ ਮਿਸਾਲ ਹੀ ਨਹੀਂ ਹੈਗੀ। ਮੈਂ ਸਮਝਦਾ ਅੰਤਰਰਾਸ਼ਟਰੀ ਪੱਧਰ ਤੇ ਧਰਮ ਦੀ ਸਹਿਣਸ਼ੀਲਤਾ ਦੇ ਨਾਂ ਤੇ ਇਹ ਦਿਵਸ ਜਿਹੜਾ ਗੁਰੂ ਸਾਹਿਬ ਦਾ 400 ਸਾਲਾ ਮਨਾਇਆ ਜਾਣਾ ਚਾਹੀਦਾ ਹੈ। ਧਰਮ ਜਿਹੜੀ ਹੈ ਇਹ ਅੰਤਰ ਧਰਮ ਜਿਹੜੀ ਹੈ ਸਹਿਣਸ਼ੀਲਤਾ ਵਾਸਤੇ ਇਹ ਜ਼ਰੂਰ ਹੋਣਾ ਚਾਹੀਦਾ ਤੇ ਬਿਲਕੁਲ ਹਾਂਜੀ ਹਾਂਜੀ। ਪਰ ਅਸੀਂ ਜਿਹੜੀ ਹੈ ਨਾ ਹੁਣ ਇੱਕੋ ਦਿਨ ਪਹਿਲਾਂ ਵੀ ਇੱਥੇ ਹੋਇਆ, ਕਿਉਂਕਿ ਸਾਡੀ ਜਿਹੜੀ ਹੈ ਨਾ ਮੈਂ ਜਿਹੜੀ ਗੱਲ ਕਰ ਰਿਹਾ, ਮੈਂ ਐਜ਼ ਸਿੱਖ ਕਰ ਰਿਹਾ, ਮੈਂ ਐਜ਼ ਅਨੰਦਪੁਰ ਸਾਹਿਬ ਦੀ ਧਰਤੀ ਦਾ ਆਦਮੀ ਹੋਣ ਵਾਲਾ ਗੱਲ ਕਰ ਰਿਹਾ ਜੀ। ਮੈਨੂੰ ਮੈਂ ਸਮਝਦਾ ਜਿੱਥੇ 6 ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਗੁਰੂ ਨਾਨਕ ਸਾਹਿਬ ਵੀ ਇੱਥੇ ਆਏ, ਚਰਨ ਕਮਲ ਸਾਹਿਬ ਗੁਰਦੁਆਰਾ ਕੀਰਤਪੁਰ ਸਾਹਿਬ ਉਹਨਾਂ ਦੀ ਜਿਹੜੀ ਆ ਆਮਦ ਦੀ ਗਵਾਹੀ ਭਰਦਾ, ਤੇ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਤਾਂ ਰਹੇ ਇੱਥੇ। ਬਿਲਕੁਲ ਤਾਂ ਇਹਨਾਂ ਦੀ ਜਿਹੜੀ ਧਰਤੀ ਹੈ ਇਹ ਇੱਕ ਮਿਸਾਲੀ ਪ੍ਰਚਾਰ ਪ੍ਰਸਾਰ ਦਾ ਕੇਂਦਰ ਬਣਨਾ ਚਾਹੀਦਾ। ਬਿਲਕੁਲ ਅੱਜ ਹਾਲਤ ਇਹ ਹੈ ਕਈ ਗੁਰਦੁਆਰਿਆਂ 'ਚ ਤਾਂ ਪ੍ਰਸ਼ਾਦ ਵੀ ਜਿਹੜਾ ਹੈ ਨਾ ਇਹ ਪਤਾਸੇ ਦਾ ਦਿੰਦੇ ਆ, ਕਈ ਜਗ੍ਹਾ ਫੁੱਲੀਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ, ਜਿਹੜਾ ਉਹਨਾਂ ਗੁਰੂ ਘਰਾਂ ਦੇ ਵਿੱਚ ਤਾਂ ਕੜਾਹ ਪ੍ਰਸ਼ਾਦ ਦੀ ਦੇਗ ਵੀ ਨਹੀਂ ਬਣਦੀ, ਜਿਹੜਾ ਸਾਡਾ ਜਿਹੜਾ ਪ੍ਰਵਾਨਿਤ ਪ੍ਰਸ਼ਾਦ ਹੈ। ਮੈਂ ਕਿਸੇ ਸੰਸਥਾ ਨੂੰ ਦੋਸ਼ ਨਹੀਂ ਦਿੰਦਾ, ਦੋਸ਼ ਸਾਡਾ ਆਪਣਾ ਹੈ ਕਿ ਅਸੀਂ ਲੋਕ ਜਿਹੜੇ ਇਕੱਠੇ ਹੋ ਕੇ ਅਸੀਂ ਮਿਲ ਕੇ ਆਪਣੀ ਵਿਰਾਸਤ ਨੂੰ ਅੱਗੇ ਕਿਵੇਂ ਤੋਰੀਏ। ਅੱਜ ਕੇਂਦਰ ਸਰਕਾਰ ਨੂੰ ਅਸੀਂ ਰਲ ਕੇ ਬੇਨਤੀ ਕਰੀਏ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਇੱਕ ਸਿੱਖੀ ਦਾ ਖੋਜ ਕੇਂਦਰ ਇੱਥੇ ਸਥਾਪਿਤ ਕੀਤਾ ਜਾਵੇ, ਜਿਹੜਾ ਆਪਸੀ ਭਾਈਚਾਰੇ ਨੂੰ ਅੱਗੇ ਵਧਾਵੇ। ਇਹਦੇ ਲਈ ਫਿਰ ਇੱਕ ਵੱਡਾ ਹਸਪਤਾਲ ਇੱਕ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਤੇ ਬਣਨ ਲੱਗਾ ਸੀ, ਉਹ ਹਸਪਤਾਲ ਜਿਹੜਾ ਮੈਡੀਕਲ ਕਾਲਜ ਉਹ ਫਰੀਦਕੋਟ ਚਲਾ ਗਿਆ। ਅਸੀਂ ਚਾਹੁੰਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਇੱਕ ਮੈਡੀਕਲ ਕਾਲਜ ਇੱਥੇ ਸਥਾਪਿਤ ਕੀਤਾ ਜਾਵੇ। ਇਹ ਜਿਹੜੀ ਸੜਕ ਹੈ ਦੁਆਬੇ ਨੂੰ ਜੋੜਦੀ ਹੈ, ਇਹਦੇ ਨਾਲ ਅਨੰਦਪੁਰ ਸਾਹਿਬ ਨਾਲ ਅੱਗੇ ਵੀ ਜਾਂਦੀ ਹੈ, ਹਿਮਾਚਲ ਦੇ ਵਿੱਚ ਵੀ ਮਾਤਾ ਨੈਣਾ ਦੇਵੀ ਦਾ ਵੀ ਉੱਥੇ ਮੰਦਿਰ ਨਾਲ ਉਹਦੇ ਤੇ ਆਉਂਦਾ ਹੈ। ਤੇ ਮੈਂ ਸਮਝਦਾ ਇਹ ਜਿਵੇਂ ਪਹਿਲਾਂ ਸਾਡੇ ਮੰਤਰੀ ਜੀ ਆਏ ਸੀ ਨਿਤਨ ਗਡਕਰੀ ਜੀ, ਉਹਨਾਂ ਨੇ ਇਹਦਾ ਨੀਂਹ ਪੱਥਰ ਰੱਖਿਆ ਸੀ। ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀ ਸੜਕ ਹੈ ਇਹ ਜਿਹੜੀ ਆ ਸਿੰਗਲ ਵੇ ਲੇਨ ਬਣੇ, ਹਾਂਜੀ 2 ਵੇ ਇਹਨਾਂ ਦਾ ਵੱਖਰਾ ਬਣੇ, 4 ਲੇਨਿੰਗ ਹੋ ਜਾ ਦੋਵੇਂ ਪਾਸੇ, ਔਰ ਇਹਦੇ ਤੇ ਪੁਲ ਵਗੈਰਾ ਬਣਾ ਕੇ ਤੇ ਇਹਨੂੰ ਇੱਕ ਗੁਰੂ ਤੇਗ ਬਹਾਦਰ ਸਾਹਿਬ, ਕਿਉਂਕਿ ਉਹਨਾਂ ਦਾ ਜਨਮ ਅੰਮ੍ਰਿਤਸਰ ਹੋਇਆ, ਗੁਰਤਾ ਗੱਦੀ ਉਹਨਾਂ ਨੂੰ ਬਾਬੇ ਬਕਾਲੇ ਮਿਲੀ ਹੈ, ਤੇ ਉਸ ਤੋਂ ਬਾਅਦ ਰਿਹਾਇਸ਼ ਉਹਨਾਂ ਦੀ ਸ਼੍ਰੀ ਅਨੰਦਪੁਰ ਸਾਹਿਬ ਰਹੀ ਹੈ ਕਿ ਜਿਹੜੀ ਚੱਕ ਨਾਨਕੀ 'ਚ ਰਹੀ ਹੈ। ਚੱਕ ਨਾਨਕੀ ਨੂੰ ਅੰਮ੍ਰਿਤਸਰ ਨਾਲ ਜੋੜਨ ਵਾਸਤੇ ਦੁਆਬੇ ਦੀ ਸੰਗਤ ਨੂੰ, ਮਾਝੇ ਦੀ ਸੰਗਤ ਨੂੰ, ਜਾਂ ਮਾਲਵੇ ਦੀ ਕੁਝ ਏਰੀਏ ਦੀ ਸੰਗਤ, ਜ਼ਰੂਰ ਫਿਰੋਜ਼ਪੁਰ ਡਿਸਟ੍ਰਿਕਟ ਵਾਲਿਆਂ ਨੂੰ, ਉਹਨਾਂ ਦਾ ਇਹ ਮਾਰਗ ਜਿਹੜਾ ਜਲਦੀ ਤੋਂ ਜਲਦੀ ਮੁਕੰਮਲ ਹੋਵੇ। ਗੱਲ ਕੇਵਲ ਉਹੀ ਨਹੀਂ ਹੈ, ਗੱਲ ਹੈ ਵੀ ਉਸ ਘਰ ਦੇ ਵਿੱਚ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਰਹਿੰਦੇ ਰਹੇ, ਜਿੱਥੇ ਕਸ਼ਮੀਰੀ ਪੰਡਿਤ ਆਏ, ਉੱਥੇ ਭੋਰਾ ਸਾਹਿਬ ਨਾਮਕ ਗੁਰਦੁਆਰਾ ਵੀ ਹੈ, ਜਿੱਥੇ ਭੋਰਾ ਸਾਹਿਬ ਦੇ ਵਿੱਚ ਉਹਨਾਂ ਨੇ ਤਪੱਸਿਆ ਬਹੁਤ ਕੀਤੀ। ਨਾਲ ਹੀ ਇੱਕ ਗੁਰਦੁਆਰਾ ਜਿਹਨੂੰ ਬਹੁਤ ਘੱਟ ਲੋਕ ਜਾਣਦੇ ਨੇ ਕਿ 4 ਸਾਹਿਬਜ਼ਾਦਿਆਂ ਦੇ ਵਿੱਚੋਂ 3 ਸਾਹਿਬਜ਼ਾਦਿਆਂ ਦਾ ਜਨਮ ਜਿਹੜਾ ਉਹ ਜਨਮ ਸਥਾਨ ਹੈ, ਉਹ ਉੱਥੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਫਤਿਹ ਸਿੰਘ, ਇਹਨਾਂ ਸਾਰਿਆਂ ਦਾ ਉੱਥੇ ਜਿਹੜਾ ਹੈ ਜਨਮ ਵੀ ਹੋਇਆ। ਨਾਲ ਹੀ ਗੁਰਦੁਆਰਾ ਸੀਸਗੰਜ ਸਾਹਿਬ, ਦਿੱਲੀ ਦਾ ਸੀਸਗੰਜ ਸਾਹਿਬ ਸਭ ਨੂੰ ਪਤਾ ਹੈ, ਲੇਕਿਨ ਅਨੰਦਪੁਰ ਸਾਹਿਬ ਦਾ ਉਹ ਸੀਸਗੰਜ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਹੋਇਆ, ਉਹ ਵੀ ਉਸੇ ਜਗ੍ਹਾ ਦੇ ਉੱਤੇ, ਜਿਹਨੂੰ ਤੁਸੀਂ ਚੱਕ ਨਾਨਕੀ ਕਹਿ ਰਹੇ ਹੋ। ਫਿਰ ਤੁਹਾਡੀ ਇੱਕ ਮੰਗ ਜਿਹੜੀ ਹੈਗੀ ਹੈ, ਅੱਜ ਚੱਕ ਨਾਨਕੀ ਵਾਕਈ ਚੱਕ ਹੋਲਗੜ੍ਹ ਦੇ ਤੌਰ ਤੇ ਬਹੁਤ ਦੂਰ ਚਲੇ ਗਿਆ, ਇਹ ਇੱਕ ਮੰਗ ਤੁਸੀਂ ਪੂਰੇ ਕੰਬਾਈਨਡ ਦੇ ਤੌਰ ਤੇ ਜਾਂ ਅਨੰਦਪੁਰ ਵਾਸੀਆਂ ਦੇ ਤੌਰ ਤੇ ਤੁਸੀਂ ਕਿਤੇ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕੇਂਦਰ ਸਰਕਾਰ ਤੱਕ ਜਾਂ ਕਿਸੇ ਤੱਕ, ਵੀ ਇਹ ਜਿਹੜਾ ਹੈ ਆਨੰਦਪੁਰੀ ਰੱਖ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਨਾਂ ਆਨੰਦਪੁਰੀ ਰੱਖਿਆ ਸੀ, ਜਿੱਥੇ ਉਹਨਾਂ ਨੇ 1699 ਦੇ ਵਿੱਚ ਸਿੱਖ ਪੰਥ ਦੀ ਸਥਾਪਨਾ ਕੀਤੀ ਸੀ। ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ, ਉਹ ਦੂਰ ਸੀ ਉਹ ਤੋਂ, ਲੇਕਿਨ ਕੀ ਤੁਸੀਂ ਸਮਝਦੇ ਹੋ ਵੀ ਇਸ ਚੀਜ਼ ਦਾ ਨਾਂ ਹਲੇ ਚੱਕ ਜਿਹੜਾ ਹੈ ਉਹ ਨਾਨਕੀ ਹੀ ਹੋਣਾ ਚਾਹੀਦਾ? ਦੇਖੋ, ਚੱਕ ਨਾਨਕੀ ਇੱਕ ਵੱਖਰਾ ਦੇ ਟਵਿਨ ਸਿਟੀ ਹੈ ਜੀ, ਬਿਲਕੁਲ। ਚੱਕ ਨਾਨਕੀ ਵੱਖਰਾ ਹੋਣਾ ਚਾਹੀਦਾ। ਅਨੰਦਪੁਰ ਸਾਹਿਬ ਵੱਖਰਾ ਵਸਾਇਆ ਗਿਆ ਸੀ, ਜਿਹਦੀ ਆਨੰਦ ਸਾਹਿਬ ਪੜ੍ਹ ਕੇ ਜਿਹਦੀ ਅਰਦਾਸ ਕਰਕੇ ਤੇ ਟੱਕ ਲਾਇਆ ਗਿਆ ਸੀ, ਇਹ ਤਾਂ ਅਨੰਦਪੁਰ ਸਾਹਿਬ ਹੀ ਬਣਨਾ ਚਾਹੀਦਾ। ਲੇਕਿਨ ਇਹ ਟਵਿਨ ਸਿਟੀ ਐਡਾ ਵੱਡਾ ਕਮਰਸ਼ੀਅਲ ਸੈਂਟਰ ਬਣੇ, ਇੱਥੇ ਟੂਰਿਜ਼ਮ ਦਾ ਸੈਂਟਰ ਬਣੇ, ਸਾਡੇ ਕੋਲ ਇੱਥੇ ਪਾਣੀ ਵੀ ਹੈ, ਸਾਡੇ ਕੋਲ ਦਰਿਆ ਵੀ ਹੈ, ਸਾਡੇ ਕੋਲ ਧਾਰਮਿਕ ਸਥਾਨ ਵੀ ਹੈਗੇ ਆ, ਤੇ ਇਹ ਵਿਕਾਸ ਕਿਉਂ ਨਹੀਂ ਹੋਇਆ? ਬਿਲਕੁਲ, ਹਾਂਜੀ। ਇਸ ਕਰਕੇ ਨਾ ਇਹ ਅਸੀਂ ਜਿਹੜੀ ਸਟੇਟ ਦੀ ਸਰਕਾਰ ਹੈ ਉਹਨੂੰ ਵੀ ਬੇਨਤੀ ਕਰਦੇ ਹਾਂ, ਪੰਜਾਬ ਦੀ ਜਿਹੜੇ SGPC ਵਾਲੇ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹ ਮਸਲੇ ਮਿਲ ਕੇ ਚੁੱਕੀਏ, ਤੇ ਕੇਂਦਰ ਸਰਕਾਰ ਨੂੰ ਮੈਂ ਵੀ ਗੱਲ ਕੀਤੀ ਅੱਗੇ, ਤੇ ਔਰ ਅਸੀਂ ਉਸ ਗੱਲ ਦੀ ਪੈਰਵੀ ਵੀ ਕਰਾਂਗੇ ਕਿ ਇਹ ਜਿਹੜੀ ਹੈ ਨਗਰੀ ਇਹ ਵਾਕਈ ਆਨੰਦ ਦੀ ਨਗਰੀ ਬਣ ਜਾਏ, ਔਰ ਇੱਥੇ ਜਿਹੜਾ ਕਿਸੇ ਬੱਚਿਆਂ ਦਾ ਵੀ ਐਜੂਕੇਸ਼ਨ ਸੈਂਟਰ ਵੀ ਬਣੇ। ਜਿਹੜੇ ਸਾਡੇ ਸੈਂਟਰ ਅੱਗੇ ਬਣੇ ਹੋਏ ਆ
ਉਹਨਾਂ ਦੇ ਵਿੱਚ ਸਾਡੇ ਬੱਚੇ ਤਾਂ ਐਡਮਿਸ਼ਨ ਨਹੀਂ ਲੈ ਸਕਦੇ, ਬਿਲਕੁਲ ਉਹਨਾਂ ਦੀਆਂ ਫੀਸਾਂ ਜ਼ਿਆਦਾ ਹੈਗੀਆਂ ਨੇ। ਸਾਡੇ ਇੱਥੇ ਜਿਹੜੀਆਂ ਖੇਡਾਂ ਦਾ ਮੈਦਾਨ ਨਹੀਂ ਬਣਿਆ, ਸਾਡੇ ਜਿਹੜੀ ਉਹ ਜਿੱਥੇ ਉਹਨਾਂ ਦੇ ਚਰਨ ਗੰਗਾ ਦੇ ਵਿੱਚ ਗੁਰੂ ਸਾਹਿਬ ਨੇ ਘੋੜਸਵਾਰੀ ਸਿਖਾਈ, ਉੱਥੇ ਤੁਸੀਂ ਚਰਨ ਗੰਗਾ ਬੰਦ ਕਰ ਦਿੱਤੀ ਸਟੇਡੀਅਮ ਬਣਾ ਕੇ। ਸਾਡੇ ਕੋਲ ਤਾਂ ਜਗ੍ਹਾ ਬੜੀ ਹੈ, ਤੁਸੀਂ ਸਾਰਾ ਕੰਮ ਤਾਂ ਖਰਾਬ ਕਰਤਾ ਜੀ। ਇਹ ਦਰਿਆ ਦੇ ਵਿੱਚ ਵੀ ਮਾਈਨਿੰਗ ਹੋ ਰਹੀ ਹੈ ਤੇ ਇਹਨੇ ਰਾਹ ਹੀ ਬਦਲ ਦਿੱਤਾ। ਬਿਲਕੁਲ ਹਾਂਜੀ। ਸੋ ਜਿਹੜਾ ਅਸੀਂ ਇਹ ਚਾਹੁੰਦੇ ਆ ਕਿ ਇਹ ਟਵਿਨ ਸਿਟੀ ਹੈ, ਬਲਕਿ ਇਹ ਟਰਾਈ ਸਿਟੀ ਇਹਨੂੰ ਕਹਿਣਾ ਚਾਹੀਦਾ ਜੀ। ਕੀਰਤਪੁਰ ਸਾਹਿਬ ਵੀ ਵਿੱਚ ਜੋੜਨਾ ਚਾਹੀਦਾ। ਇਹ 6ਵੇਂ ਗੁਰੂ, ਇਹਨੂੰ ਸਪੈਸ਼ਲ ਇੱਕ ਜ਼ੋਨ ਡਿਕਲੇਅਰ ਕਰਕੇ ਇਹਨੂੰ ਡਿਵੈਲਪ ਕੀਤਾ ਜਾਵੇ। ਮੈਂ ਤਾਂ ਇਹ ਚਾਹੁੰਦਾ। ਬਹੁਤ ਸਾਰੀਆਂ ਵੈਸੇ ਤਾਂ ਇਹ ਗੱਲਾਂ ਨੇ ਜਿਹੜੀਆਂ ਕਰਨ ਵਾਲੀਆਂ ਹੈਗੀਆਂ। ਇੱਕ ਗੱਲ ਜਿਹੜੀ ਮੈਂ ਕਰਾਂ, ਤੁਸੀਂ ਬਿਲਕੁਲ ਬਹੁਤ ਵਧੀਆ ਮੁੱਦੇ ਵੀ ਉਠਾਏ ਆ ਤੁਸੀਂ ਨਾਲ, ਲੇਕਿਨ ਮੈਂ ਕਦੀ ਤੁਸੀਂ ਇਹਨਾਂ ਮੁੱਦਿਆਂ ਨੂੰ ਕੇਂਦਰ ਸਰਕਾਰ ਤੱਕ ਉਠਾਇਆ? ਦੇਖੋ 1999 ਦੇ ਵਿੱਚ ਜਦੋਂ ਖਾਲਸਾ ਪੰਥ ਦੀ ਸ਼ਤਾਬਦੀ ਮਨਾਈ ਗਈ ਸੀ, 300 ਸਾਲਾ ਮਨਾਇਆ ਗਿਆ ਸੀ, ਉਸ ਵਕਤ ਉਸ ਟਾਈਮ ਬਾਦਲ ਸਾਹਿਬ ਦੇ ਨਾਲ ਨਾਲ ਅਟਲ ਬਿਹਾਰੀ ਵਾਜਪੇਈ ਜੀ ਆਏ ਸੀਗੇ। ਉਹਨਾਂ ਨੇ, ਮੈਨੂੰ ਅੱਜ ਵੀ ਯਾਦ ਹੈ, ਮੈਂ ਰਿਪੋਰਟਿੰਗ ਕਰ ਰਿਹਾ ਸੀ, ਤਾਂ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਵੀ ਸਾਰੇ ਤਖਤਾਂ ਨੂੰ ਰੇਲ ਦੇ ਨਾਲ ਜੋੜਿਆ ਜਾਏਗਾ, ਔਰ ਰੇਲ ਦੇ ਨਾਲ ਜੋੜਿਆ ਵੀ। ਮੋਰਿੰਡਾ ਤੋਂ ਲੁਧਿਆਣਾ ਇੱਕ ਰੇਲ ਲਾਈਨ ਬਣਾ ਕੇ ਅੰਮ੍ਰਿਤਸਰ ਨਾਲ ਸਾਨੂੰ ਜੋੜ ਦਿੱਤਾ ਗਿਆ, ਕੋਈ ਸ਼ੱਕ ਨਹੀਂ। ਨਾਲ ਕਿਹਾ ਸੀ ਸੜਕਾਂ ਇਹਨਾਂ ਦੀਆਂ ਬਿਲਕੁਲ 4 ਲੇਨਿੰਗ ਹੋਣਗੀਆਂ, ਜਿਨ੍ਹਾਂ ਦੇ ਉੱਤੇ ਤੁਸੀਂ ਇੱਕ ਵਾਰ ਗੇਅਰ ਲਗਾਓਗੇ ਤਾਂ ਤੁਹਾਨੂੰ ਗੇਅਰ ਚੇਂਜ ਕਰਨ ਦੀ ਲੋੜ ਨਹੀਂ। ਅੱਜ ਬਾਦਲ ਸਾਹਿਬ ਦੇ ਪਿੰਡ ਨੂੰ ਤੁਸੀਂ ਬਠਿੰਡਾ ਤੱਕ ਨੂੰ ਜਾਓ ਤਾਂ ਖਜੂਰਾਂ ਵਾਲੀਆਂ ਸੜਕਾਂ ਜਾ ਰਹੀਆਂ ਨੇ, ਕਿਆ ਬਾਤ ਹੈ। ਉੱਥੇ ਤੁਸੀਂ ਗੱਡੀ ਦੇ ਵਿੱਚ ਚਾਹ ਵੀ ਪੀ ਸਕਦੇ ਹੋ, ਉਸ ਸ਼ਹਿਨਸ਼ਾਹ ਬਣੇ ਹੋਏ ਜਿਹੜੇ ਅੱਜ ਬਾਦਲ ਹੈ। ਦੂਸਰੇ ਪਾਸੇ ਮਹਾਰਾਜਾ ਸਾਹਿਬ ਦੇ ਘਰ ਨੂੰ ਜਾਓ ਪਟਿਆਲੇ ਨੂੰ, ਉਸ ਮਹਾਰਾਜਾ ਸਾਹਿਬ ਦੇ ਪਟਿਆਲੇ ਜਾਣ ਲੱਗੇ ਹੋਏ ਤੁਹਾਨੂੰ ਸੜਕਾਂ ਮਿਲਦੀਆਂ ਨੇ ਫਲੈਟ, ਲੇਕਿਨ ਸ਼ਹਿਨਸ਼ਾਹ ਜਿੱਥੇ ਅਨੰਦਪੁਰ ਸਾਹਿਬ ਦੇ ਵਿੱਚ ਬਾਬਾ ਨਾਨਕ ਜਿਹੜਾ 10ਵਾਂ ਰੂਪ ਹੈ ਗੁਰੂ ਗੋਬਿੰਦ ਸਿੰਘ ਜੀ ਰਹਿੰਦੇ ਆ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਰਹਿੰਦੇ ਆ, ਉਹਦੇ ਸੜਕ ਦੀ ਤੁਸੀਂ ਗੱਲ ਕੀਤੀ ਆ, ਉਹ ਸੜਕ ਚੱਲਣ ਜੋਗੀ ਨਹੀਂ ਹੈ। ਦੂਸਰੀ ਗੱਲ ਕਰਾਂ ਤੁਹਾਡੇ ਨਾਲ, ਅੱਜ ਕੀਰਤਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਆਉਣਾ ਹੋਵੇ ਤਾਂ ਉਸ ਦੇ ਵਿੱਚ ਟੋਲ ਲਗਾ ਦਿੱਤਾ ਗਿਆ। ਕੀਰਤਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਦੇ ਵਿੱਚ 100 ਰੁਪਇਆ ਆਉਣ ਜਾਣ ਦਾ ਬੰਦਾ 9 ਕਿਲੋਮੀਟਰ ਦਾ ਦੇ ਕੇ ਆਉਂਦਾ ਹੈ। ਇਹੋ ਜਿਹੀਆਂ ਚੀਜ਼ਾਂ ਕਦੀ ਉੱਪਰ ਉਠਾਈਆਂ ਵੀ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਉਹ ਸੋਧਿਆ ਜਾਵੇ, ਠੀਕ ਕੀਤਾ ਜਾਵੇ? ਦੇਖੋ, ਮੈਨੂੰ ਮੌਕਾ ਮਿਲਿਆ ਸੀਗਾ ਹੁਣੇ, ਸਾਡੀ ਕੇਂਦਰ ਦੀ ਕਮੇਟੀ ਦੀ ਮੀਟਿੰਗ ਸੀ ਜੀ, ਉਹਦੇ ਵਿੱਚ ਮੈਂ ਸਾਰੇ ਇਸ਼ੂ ਜਿਹੜੇ ਆ, ਰੋਡ ਵਾਲਾ ਇਸ਼ੂ ਉਠਾਇਆ ਜੀ, ਹੋਰ ਡਿਵੈਲਪਮੈਂਟ ਵਾਸਤੇ ਅਸੀਂ ਪਲਾਨ ਕਰਕੇ ਉਹਨਾਂ ਦੇ ਧਿਆਨ 'ਚ ਲਿਆਵਾਂਗੇ ਜੀ, ਔਰ ਉਹਨਾਂ ਨੇ ਸੜਕ ਵਾਲੇ ਪਾਸੇ ਹਾਮੀ ਭਰੀ ਹੈ ਜੀ। ਮੈਂ ਉਹਨਾਂ ਨੂੰ ਯਾਦ ਕਰਾਇਆ ਕਿ ਗਡਕਰੀ ਸਾਹਿਬ ਇੱਥੇ ਨੀਂਹ ਪੱਥਰ ਰੱਖ ਕੇ ਗਏ ਸੀ, ਬਿਲਕੁਲ ਉਹਨਾਂ ਨੇ ਉਹ ਗੱਲ ਨੂੰ ਹਾਮੀ ਭਰੀ ਹੈ ਕਿ ਜੇ ਉਹਨਾਂ ਨੇ ਇਸ ਤਰ੍ਹਾਂ ਦੀ ਕੋਈ ਇੰਸ਼ੋਰੈਂਸ ਦਿੱਤੀ ਹੈ ਤੇ ਇਹਨੂੰ ਪੂਰਾ ਹੋਣਾ ਚਾਹੀਦਾ। ਗੱਲ ਇਹ ਹੈ ਕਿ ਮੈਂ ਜੋ ਮਹਿਸੂਸ ਕਰਦਾ, ਬੜੇ ਦੇਰ ਇੰਟੈਲੀਜੈਂਸ ਰਿਹਾ, ਜਿਹੜੇ ਪੋਲੀਟੀਸ਼ੀਅਨ ਹੈ ਨਾ, ਉਹਨਾਂ ਦਾ ਜੇ ਨਿੱਜ ਸਵਾਰਥ ਅੱਗੇ ਹੈ ਨਾ ਤੇ ਫਿਰ ਮਾਈਨਿੰਗ ਨਹੀਂ ਜੇ ਬੰਦ ਹੋ ਸਕਦੀ। ਜੇ ਉਹਨਾਂ ਦਾ ਨਿੱਜ ਸਵਾਰਥ ਅੱਗੇ ਹੈ ਤੇ ਡਿਵੈਲਪਮੈਂਟ ਨਹੀਂ ਹੋ ਸਕਦੀ। ਜੇ ਉਹਨਾਂ ਦਾ ਨਿੱਜ ਸਵਾਰਥ ਅੱਗੇ ਹੈ ਤੇ ਇਹ ਵੀ ਨਹੀਂ, ਟੋਲ ਕਿਵੇਂ ਬੰਦ ਹੋਏਗਾ? ਕਿਸੇ ਨੇ ਇਹ ਗੱਲ ਹੀ ਨਹੀਂ ਚੁੱਕੀ ਕਿ 2 ਤਖਤਾਂ ਦੇ ਵਿੱਚ ਹੈਗਾ, 2 ਗੁਰੂ ਨਗਰੀਆਂ ਦੇ ਵਿੱਚ ਹੈਗਾ ਜੀ, ਤੇ ਤੁਸੀਂ ਇਹਨੂੰ ਕਿਉਂ ਨਹੀਂ ਕਰਾਇਆ? ਕਿ ਕਿਸੇ ਨੇ ਇਹ ਵੀ ਨਹੀਂ ਕੀਤਾ ਕਿ ਨਹਿਰ ਦੇ ਉੱਤੇ ਪੁਲ ਬਣਾ ਦਈਏ, ਜਿਹੜਾ ਕੀਰਤਪੁਰ ਸਾਹਿਬ ਨੂੰ ਗੁਰਦੁਆਰੇ ਜਿਹੜੇ ਸ਼ੀਸ਼ ਮਹਿਲ ਹੈ ਤੇ ਦੂਜੇ ਗੁਰੂ ਸਾਹਿਬ ਦੇ ਹਰਮੰਦਰ ਹੈ ਤੇ ਕੋਟ ਸਾਹਿਬ ਗੁਰਦੁਆਰਾ, ਉੱਥੇ ਲੋਕ ਦਰਸ਼ਨ ਹੀ ਕਰਦੇ ਆ। ਸਾਡੇ ਲੋਕੀ ਪਤਾਲਪੁਰੀ ਸਿਰਫ ਫੁੱਲ ਤਾਰਨ ਆਉਂਦੇ ਆ, ਬਿਲਕੁਲ, ਤੇ ਸ਼ਰਧਾ ਦੇ ਫੁੱਲ ਭੇਂਟ ਕਰਨੀ ਆਉਂਦੇ, ਕਿਉਂਕਿ ਲੋਕਾਂ ਨੂੰ ਇਤਿਹਾਸ ਹੀ ਨਹੀਂ ਪਤਾ ਨਹੀਂ ਹੈ। ਬਿਲਕੁਲ। ਸੋ ਇਹ ਇਤਿਹਾਸ ਬਾਰੇ ਜਾਣਕਾਰੀ ਦੇਣਾ, ਮੈਂ ਇਸੇ ਕਰਕੇ ਕਿਹਾ ਕਿ ਇੱਥੇ ਖੋਜ ਕੇਂਦਰ ਬਣਾਇਆ ਜਾਵੇ ਤੇ ਇੱਥੇ ਜਿਹੜਾ ਆ ਸਰਬ ਧਰਮ ਜਿਹੜੀ ਹੈ ਉਹ ਸਭਾਵਾਂ ਹੋਣ, ਇੱਥੇ ਗੁਰੂਆਂ ਦੀ ਗੱਲ ਚੱਲੇ, ਤਾਂ ਉਹੀ ਜਿਹੜੀ ਆਪਸੀ ਭਾਈਚਾਰੇ ਦੀ ਲੀਹ ਗੁਰੂ ਤੇਗ ਬਹਾਦਰ ਸਾਹਿਬ ਨੇ ਪਾਈ ਹੈ। ਮੈਂ ਸਮਝਦਾ ਅੱਜ ਸਾਡਾ ਸ਼ਹਿਰੀ ਤੇ ਪਿੰਡੂ ਜਿਹੜਾ ਇਕੱਠਾ ਹੋ ਕੇ ਤੇ ਮਿਲ ਕੇ ਗੁਰੂ ਤੇਗ ਬਹਾਦਰ ਦੇ ਗੀਤ ਗਾਵੇ, ਇਹਦੇ ਲਈ ਸਾਨੂੰ ਉਦਮ ਕਰਨਾ ਚਾਹੀਦਾ। ਸਰਕਾਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਮਨਾ ਰਹੀ ਹੈ ਤੇ 400 ਸਾਲਾ, ਬਾਬਾ ਬਕਾਲਾ 'ਚ ਮਨਾ ਰਹੀ ਹੈ, ਤੁਹਾਡੀ ਇਹ ਮੰਗ ਨਹੀਂ ਹੈ ਵੀ ਇਹ ਅਨੰਦਪੁਰ ਸਾਹਿਬ 'ਚ ਵੀ ਬਰਾਬਰ ਮਨਾਉਣਾ ਚਾਹੀਦਾ? ਮੈਂ ਕਹਿੰਦਾ ਬਣਾਉਣਾ ਹੀ ਅਨੰਦਪੁਰ ਸਾਹਿਬ ਚਾਹੀਦਾ। ਤਾਂ ਇਹਦਾ ਜਿਹੜਾ ਅਨੰਦਪੁਰ ਸਾਹਿਬ ਤਾਂ ਵੱਡਾ ਕੇਂਦਰ ਹੋਣਾ ਚਾਹੀਦਾ ਮਨਾਉਣ ਨੂੰ। ਅਸੀਂ ਇਹ ਗੱਲ ਤਾਂ ਚੁੱਕਣ ਵਾਸਤੇ ਬੈਠੇ ਹਾਂ ਤੇ ਅਸੀਂ ਇਹ ਗੱਲ ਕਰਾਂਗੇ, ਇਹਨੂੰ ਕਿਉਂ ਨਾ ਹੋਵੇ ਇਹ। ਅਸੀਂ ਆਸ ਕਰਦੇ ਹਾਂ ਕਿ ਜੋ ਸਰਦਾਰ ਇਕਬਾਲ ਸਿੰਘ ਲਾਲਪੁਰਾ ਤੇ ਸਾਡੇ ਅਨੰਦਪੁਰ ਸਾਹਿਬ ਦੇ ਇਲਾਕਾ ਵਾਸੀਆਂ ਦੀ ਤੇ ਹੋਰ ਸਿੱਖ ਸੰਗਤ ਦੀ ਮਨ ਦੀ ਇੱਛਾ ਹੈ ਕਿ 400 ਸਾਲਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਭਾਵੇਂ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾਵੇ, ਲੇਕਿਨ ਉਸ ਦਾ ਇੱਕ ਜੋ ਵੱਡੇ ਪੱਧਰ ਦਾ ਸਮਾਗਮ ਹੈ ਉਹ ਜ਼ਰੂਰ ਅਨੰਦਪੁਰ ਸਾਹਿਬ ਦੇ ਵਿੱਚ ਹੋ, ਕਿਉਂਕਿ ਅਨੰਦਪੁਰ ਸਾਹਿਬ ਦੇ ਨਾਲ ਬਹੁਤ ਜ਼ਿਆਦਾ ਉਹਨਾਂ ਦਾ ਸੰਬੰਧ ਰਿਹਾ ਹੈ ਤੇ ਅਨੰਦਪੁਰ ਸਾਹਿਬ ਉਹੀ ਜਗ੍ਹਾ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦ ਦੀ ਚਾਦਰ ਬਣ ਕੇ ਸਾਰੇ ਵਿਸ਼ਵ ਨੂੰ ਬਚਾਉਣ ਦੇ ਲਈ, ਹਿੰਦੂ ਧਰਮ ਨੂੰ ਬਚਾਉਣ ਦੇ ਲਈ, ਆਪਣੀ ਕੁਰਬਾਨੀ ਦੇਣ ਦੇ ਲਈ ਪਹਿਲਾ ਸਟੈਪ ਚੱਕਿਆ ਸੀ। ਤੇ ਫਿਰ ਉਹੀ ਜਗ੍ਹਾ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀਗਾ। ਸੋ ਇਕਬਾਲ ਸਿੰਘ ਲਾਲਪੁਰਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ, ਤੁਹਾਡਾ ਵੀ ਕਰਦੇ ਹੋਏ ਧੰਨਵਾਦ। ਹੁਣ ਲੈਣੇ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।